परम सत्कारयोग सतगुरां दी साजी और नवाजी सत संगत जीओ। आप माई भाई काफ़ी समय तो गुरमुख प्यारे दे पासों रबी गुरबाणी दे जाप सरवण करदे आ रहे सी। आओ रल मिल के सारे ही रहंदा समा गुरबाणी दियां विचारां करके बतीत करिए। जिहड़ी याद साईं दी विच गुजरे पैंदी है मुजरे, जिहड़ी याद समा ओ परमेश्वर दी याद दे विच सिमरन करदिआं गुरबाणी पढ़दे कथा कीर्तन करदे भाव कि उहदी याद विच गुजरदा है, ਉਹ ਸਮਾਂ ਲੇਖੇ ਦੇ ਵਿੱਚ ਪੈਂਦਾ ਹੈ। ਆਓ ਕਰੀਏ ਵਿਚਾਰ ਕੀ ਕਹਿੰਦੇ ਨੇ ਗੌੜੀ। ਜੀਵਤ ਮਰੈ ਮਰੈ ਪੁਨ ਜੀਵੈ ਐਸੇ ਸੁਨ ਸਮਾਇਆ, ਅੰਜਨ ਮਾਏ ਨਰੰਜਨ ਰਹੀਐ ਬੌੜ ਨਾ ਭਵਜਲ ਪਾਇਆ। ਆਦਮੀ ਨੂੰ ਜਿਉਂਦਿਆਂ ਮਰੇ ਰਹਿਣਾ ਚਾਹੀਦਾ। ਤੁਸੀਂ ਕਹੋਗੇ ਜੀ ਜਿਉਂਦਿਆਂ ਮਰੇ ਰਹਿਣਾ ਚਾਹੀਦਾ ਵੀ ਕੀ ਮਤਲਬ? ਜਿਉਂਦੇ ਜੀ ਜਿਹੜੀਆਂ ਆਦਮੀ ਦੀਆਂ ਇੱਛਾ ਨੇ ਮੰਨਦੀਆਂ ਉਹਨਾਂ ਨੂੰ ਮਾਰ ਲੈਣਾ ਚਾਹੀਦਾ ਹੈ। ਜੀਵਤ ਮਰੈ ਮਰੈ ਫੁਨ ਜੀਵੈ ਐਸੇ ਸੁਨ ਸਮਾਇਆ। ਅਤੇ ਮਰ ਕੇ ਨਾਮ ਦੇ ਰਾਹੀਂ ਮੁੜ ਕੇ ਜਿਉਣਾ ਚਾਹੀਦਾ ਹੈ। ਨਾਮ ਦੇ ਰਾਹੀਂ ਫਿਰ ਜਿਉਣਾ ਚਾਹੀਦਾ। ਇਸ ਤਰ੍ਹਾਂ ਉਹ ਨਿਰਗੁਣ ਪ੍ਰਭੂ ਵਿੱਚ ਲੀਨ ਹੋ ਜਾਂਦਾ ਹੈ। ਆਖੋ ਸਤਨਾਮ। ਜਿਉਂਦੇ ਜੀ ਆਪਣੇ ਮਨ ਦੀਆਂ ਇੱਛਾ ਨੂੰ ਮਾਰ ਲੈਣਾ ਚਾਹੀਦਾ ਅਤੇ ਫਿਰ ਗੁਰਬਾਣੀ ਰਾਹੀਂ ਜੋ ਗੁਰੂ ਜੀ ਕਹਿੰਦੇ ਨੇ ਨਾ ਉਹਨਾਂ ਦੇ ਰਾਹੀਂ ਚੱਲਣਾ ਚਾਹੀਦਾ। ਜਦੋਂ ਉਹਨਾਂ ਦੇ ਰਾਹੀਂ ਚੱਲਾਂਗੇ ਤਾਂ ਗੁਰਮੁਖ ਪਿਆਰੇ ਨੂੰ ਨਵੀਂ ਜ਼ਿੰਦਗੀ ਸ਼ੁਰੂ ਹੋ ਜਾਂਦੀ ਆ। ਇਸ ਤਰ੍ਹਾਂ ਉਹ ਨਿਰਗੁਣ ਪਰਮੇਸ਼ਰ ਪ੍ਰਭੂ ਦੇ ਵਿੱਚ ਫਿਰ ਲੀਨ ਹੋ ਜਾਂਦਾ, ਆਪੇਦ ਹੋ ਜਾਂਦਾ, ਪਰਮੇਸ਼ਰ ਦੇ ਵਿੱਚ ਮਿਲ ਜਾਂਦਾ ਹੈ। ਅੰਜਨ ਮਾਹੇ ਨਿਰੰਜਨ ਰਹੀਐ ਬੌੜ ਨਾ ਭਵਜਲ ਪਾਇਆ। ਅਪਵਿੱਤਰਤਾ ਅੰਦਰ ਪਵਿੱਤਰ ਰਹਿਣ ਦੁਆਰਾ ਉਹ ਮੁੜ ਕੇ ਭਿਆਨ ਜਗਤ ਸਮੁੰਦਰ ਅੰਦਰ ਨਹੀਂ ਪੈਂਦਾ ਹੈ। ਉਹ ਗਰਭ ਜੂਨੀਆਂ ਦੇ ਵਿੱਚ ਨਹੀਂ ਪੈਂਦਾ, ਉਹ ਮੁਕਤ ਹੋ ਜਾਂਦਾ ਹੈ। ਮੇਰੇ ਰਾਮ ਐਸਾ ਖੀਰ ਬਲੋਈਐ ਗੁਰਮਤਿ ਮਨੁ ਆਸਥਰ ਰੱਖੋ। ਇਨ ਬਿਦ ਅੰਮ੍ਰਿਤ ਪੀਆ ਰਹਾਉ। ਮੇਰੇ ਮਾਲਕ ਇਹੋ ਜਿਹਾ ਦੁੱਧ ਰਿੜਕਣਾ ਉਚਿਤ ਹੈ। ਗੁਰਾਂ ਦੇ ਉਪਦੇਸ਼ ਤਾਬੇ ਤੂੰ ਆਪਣੇ ਮਨ ਨੂੰ ਅਹਿਲ ਰੱਖ, ਅਸਥਿਰ ਰੱਖ, ਟਿਕਾ ਕੇ ਰੱਖ। ਸਤਿਗੁਰੂ ਜੀ ਕਹਿੰਦੇ, ਭਗਤ ਜੀ ਕਹਿੰਦੇ ਇਸ ਤਰੀਕੇ ਨਾਲ ਤੂੰ ਨਾਮ ਦੇ ਅੰਮ੍ਰਿਤ ਨੂੰ ਪਾਨ ਕਰ ਲਵੇਂਗਾ, ਅੰਮ੍ਰਿਤ ਰਸ ਪੀ ਲਵੇਂਗਾ। ਗੁਰ ਕਾ ਬਾਣ ਬਜਰ ਕਲ ਸਿਧੀ ਪ੍ਰਗਟਿਆ ਪਰਦ ਪ੍ਰਗਾਸਾ। ਗੁਰ ਕੈ ਬਾਣ ਬਜਰ ਕਲ ਸਿਧੀ
ਪ੍ਰਗਟਿਆ ਪਦ ਪ੍ਰਗਾਸਾ। ਗੁਰਾਂ ਦੇ ਤੀਰ ਨੇ ਕਰੜੇ ਕਲਯੁਗ ਨੂੰ ਬਿੰਨਿਆ, ਬਿੰਨ ਸੁੱਟਿਆ ਹੈ ਅਤੇ ਪ੍ਰਕਾਸ਼ ਦੀ ਅਵਸਥਾ ਮੇਰੇ ਉੱਤੇ ਆ ਉਦੇ ਹੋਈ ਹੈ। ਸਾਕਤ ਅੰਧੇਰ ਜੇ ਬੜੀ, ਪਰਮ ਚੁਕਾ ਨੈਚਲ ਸਿਵ ਕਰ ਬਸਾ। ਕਹਿੰਦੇ ਮਾਇਆ ਦੇ ਹਨੇਰੇ ਦੇ ਸਬੱਬ ਰੱਸੇ ਨੂੰ ਸੱਪ ਖਿਆਲ ਕਰਨ ਦੀ ਮੇਰੀ ਗਲਤੀ ਵਹਿਮੀ ਦੂਰ ਹੋ ਗਈ। ਕਹਿੰਦੇ ਹਨੇਰੇ ਦੇ ਵਿੱਚ ਰੱਸਾ ਪਿਆ, ਇੰਜ ਲੱਗਦਾ ਵੀ ਕਿਤੇ ਸੱਪ ਪਿਆ, ਮਨ ਦੇ ਵਿੱਚ ਵਹਿਮ ਸੀ। ਕਹਿੰਦੇ ਉਹ ਵਹਿਮ ਕਰਨ ਦੀ ਮੇਰੀ ਗਲਤੀ ਵਹਿਮ ਦੂਰ ਹੋ ਗਏ ਅਤੇ ਮੈਂ ਹੁਣ ਸੁਆਮੀ ਦੇ ਸਦੀਵ ਸਥਰ ਮੰਦਰ ਅੰਦਰ ਵਸਦਾ ਹਾਂ। ਤਿੰਨ ਬਿਨ ਬਾਣੇ ਤੁਨਖ ਚੜਾਈਐ, ਇਹੋ ਜਗ ਵਿਦਿਆ ਪਾਈ। ਉਸ ਮਾਇਆ ਨੇ ਤੀਰ ਦੇ ਬਗੈਰ ਹੀ ਕਮਾਨ ਖਿੱਚੀ ਹੈ। ਉਸ ਮਾਇਆ ਨੇ ਤੀਰ ਦੇ ਬਗੈਰ ਹੀ ਕਮਾਨ ਖਿੱਚੀ ਹੈ ਅਤੇ ਇਸ ਸੰਸਾਰ ਨੂੰ ਬਿਨ ਸੁੱਟਿਆ ਹੈ। ਹੇ ਮੇਰੇ ਭਰਾਵੋ, ਬਿਨਾਂ ਤੀਰ ਤੋਂ ਹੀ ਇਕੱਲੀ ਕਮਾਨ ਖਿੱਚਣ ਦੇ ਨਾਲ ਕਹਿੰਦੇ ਆ ਸੰਸਾਰ ਨੂੰ ਬਿਨ ਲਿਆ ਹੈ। ਦੈ ਦਿਸ ਬੁੱਢੀ ਪਵਨ ਚੁਲਾਵੈ, ਡੋਰ ਰਹੀ ਲਿਬ ਲਾਈ। ਡੁੱਬਿਆ ਹੋਇਆ ਬੰਦਾ ਹਵਾ ਵਿੱਚ ਦਸੀਂ ਪਾਸੀ ਹੁਲਾਰੇ ਖਾਂਦਾ ਹੈ, ਪਰ ਮੈਂ ਪ੍ਰਭੂ ਦੀ ਪ੍ਰੀਤ ਦੇ ਤਾਗੇ ਨਾਲ ਜੁੜਿਆ ਹੋਇਆ ਹਾਂ। ਉਨ ਮਨ ਮਨੁਆ ਸੁਨ ਸਮਨਾ, ਦੁਬਦਾ ਦੁਰਮਤ ਭਾਗੀ। ਕਹੈ ਕਬੀਰ ਨਿਰਭਉ ਇਕ ਦੇਖਿਆ, RAM ਨਾਮ ਲਿਵ ਲਾਗੀ। ਭਗਤ ਕਬੀਰ ਜੀ ਫਰਮਾਨ ਕਰਦੇ ਨੇ, ਕਹਿੰਦੇ ਉਖੜੀ ਹੋਈ ਆਤਮਾ ਸੁਆਮੀ ਅੰਦਰ ਲੀਨ ਹੋ ਗਈ ਹੈ। ਪਹਿਲਾਂ ਮੇਰੀ ਆਤਮਾ ਕਹਿੰਦੇ ਉਖੜੀ ਹੋਈ ਸੀ, ਭੱਜਦੀ ਸੀ ਥਾਂ ਥਾਂ, ਕਦੇ ਕਿਧਰੇ ਨੂੰ ਕਿਧਰੇ ਨੂੰ। ਹੁਣ ਮੇਰੀ ਆਤਮਾ ਉਹ ਪਰਮੇਸ਼ਰ ਦੇ ਸੁਆਮੀ ਦੇ ਅੰਦਰ ਲੀਨ ਹੋ ਗਈ ਹੈ ਅਤੇ ਦਵੈਤ ਭਾਵ ਦੀ ਖੋਟੀ ਬੁੱਧੀ ਸਾਰੀ ਦੌੜ ਗਈ ਆ। ਕਹੈ ਕਬੀਰ ਅਨਪਉ ਇਕ ਦੇਖਿਆ, RAM ਨਾਮ ਲਿਵ ਲਾਗੀ। ਕਬੀਰ ਜੀ ਆਖਦੇ ਹਨ ਕਿ ਸੁਆਮੀ ਦੇ ਨਾਮ ਨਾਲ ਪਿਆਰ ਪਾ, ਉਹ ਪਰਮੇਸ਼ਰ ਦੇ ਨਾਮ ਦੇ ਨਾਲ ਪਿਆਰ ਪਾ ਕੇ ਮੈਂ ਨੇਤਰ ਅਦੁੱਤੀ ਵਾਹਿਗੁਰੂ ਨੂੰ ਵੇਖ ਲਿਆ ਹੈ, ਪਰਮੇਸ਼ਰ ਨੂੰ ਦੇਖ ਲਿਆ ਹੈ। ਗੌੜੇ ਬੈਰਾਗਨ ਤਿਪਦੇ, ਉਲਟਤ ਪਵਨ ਚੱਕਰ ਪੇਦ ਖੇਦੇ। ਸੁਰਤ ਸੁਨ ਅਨਰਾਗੀ, ਆਵੈ ਨਾ ਜਾਏ ਮਰੈ ਨਾ ਜੀਵੈ। ਤਾਸ ਖੋਜ ਬੈਰਾਗੀ। ਕਹਿੰਦੇ ਆਪਣੇ ਖਿਆਲ ਨੂੰ ਵਾਹਿਗੁਰੂ ਵੱਲ ਉਲਟਾ ਕੇ ਮੈਂ ਸਰੀਰ ਦੀਆਂ ਸਿਆਂ ਸੱਲਿਆਂ ਨੂੰ ਬਿਨ ਸੁੱਟਿਆ ਹੈ ਅਤੇ ਮੇਰਾ ਮਨ ਸੁਆਮੀ ਤੇ ਫਰੇਬਤ ਹੋ ਗਿਆ, ਉਹ ਪਰਮੇਸ਼ਰ ਤੇ ਫਰੇਬਤ ਹੋ ਗਿਆ ਹੈ। ਹੇ ਸੰਸਾਰ ਤਿਆਗੀ, ਉਸ ਦੀ ਖੋਜ ਭਾਲ ਕਰ ਜੋ ਨਾ ਆਉਂਦਾ ਹੈ ਤੇ ਨਾ ਜਾਂਦਾ ਹੈ।
ਅਤੇ ਜੋ ਨਾ ਮਰਦਾ ਹੈ ਤੇ ਨਾ ਹੀ ਜੰਮਦਾ ਹੈ, ਉਹਦੀ ਖੋਜ ਭਾਲ ਕਰ। ਕੌਣ ਨਹੀਂ ਜੰਮਦਾ, ਕੌਣ ਨਹੀਂ ਮਰਦਾ, ਕੌਣ ਨਹੀਂ ਆਉਂਦਾ ਤੇ ਕੌਣ ਨਹੀਂ ਜਾਂਦਾ। ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮੁਟਾਈ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨਾ ਜੰਮਦਾ ਹੈ, ਨਾ ਮਰਦਾ ਹੈ, ਨਾ ਆਉਂਦਾ ਹੈ ਤੇ ਨਾ ਜਾਂਦਾ ਹੈ। ਗੁਰਬਾਣੀ ਕਿਤੇ ਬਦਲੀ ਆ? ਸਾਡੇ ਦਾਦੇ ਪੜਦਾਦੇ ਗਾਂ ਤੋਂ ਗਾਹਾਂ ਉਹੀ ਚੱਲੀ ਆ ਰਹੀ ਨਾ। ਦੁਨੀਆ ਸੰਸਾਰ ਬਦਲਦਾ ਜਾ ਰਿਹਾ ਨਾ, ਗੁਰੂ ਤਾਂ ਨਹੀਂ ਬਦਲਿਆ। ਗੁਰੂ ਸਾਡਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਜਿਹੜੇ ਸਾਡੇ ਦਾਦੇ ਸੀ ਉਦੋਂ ਗਾਹਾਂ ਉਹਨਾਂ ਦੇ ਇਹਨਾਂ ਦੇ ਪਿੱਛੇ ਲੈ ਜਾਓ ਧਿਆਨ, ਉਹੀ ਗੁਰੂ ਆ ਨਾ, ਗੁਰੂ ਗ੍ਰੰਥ ਸਾਹਿਬ ਮਹਾਰਾਜ। ਗੁਰੂ ਨਹੀਂ ਬਦਲਦਾ ਹੈ, ਸੰਸਾਰ ਬਦਲ ਜਾਂਦਾ ਹੈ। ਤਾਂ ਗੁਰਮੁਖ ਪਿਆਰਿਓ, ਇਹ ਗੁਰੂ ਜੀ ਨਾ ਜੰਮਦੇ ਨੇ ਨਾ ਮਰਦੇ ਨੇ, ਇਹ ਸਦਾ ਅਵਿਨਾਸੀ ਨੇ। ਅੱਗੇ ਸੁਣੋ ਕੀ ਕਹਿੰਦੇ ਨੇ। ਮੇਰੇ ਮਨ ਮਨ ਹੀ ਉਲਟ ਸਮਾਨਾ, ਗੁਰ ਪ੍ਰਸਾਦ ਅਕਲ ਪਈ ਅਬਰੈ, ਨਾਤਰ ਥਾਂ ਬਿਗਾਨਾ ਰਹਾਉ। ਸੰਸਾਰ ਵੱਲੋਂ ਉਲਟ ਕੇ ਮੇਰੀ ਆਤਮਾ ਪਰਮ ਆਤਮਾ ਅੰਦਰ ਲੀਨ ਹੋ ਗਈ। ਸੰਸਾਰ ਤੋਂ ਜਿਹੜੀ ਸੰਸਾਰ ਵੱਲੋਂ ਮੇਰੀ ਆਤਮਾ ਸੀ, ਭਗਤ ਕਬੀਰ ਜੀ ਕਹਿੰਦੇ ਉਹ ਉਲਟ ਗਈ, ਸੰਸਾਰ ਤੋਂ ਉਲਟ ਹੋ ਗਈ। ਸੰਸਾਰ ਹੈ ਨਾ ਜਿਹੜਾ, ਉਹ ਤੋਂ ਉਲਟ ਹੋ ਗਈ। ਭਗਤਾਂ ਕੀ ਚਾਲ ਨਿਰਾਲੀ, ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਕੇਰੀ, ਬਿਖਮ ਮਾਰਗ ਚੱਲਣਾ। ਉਹਨਾਂ ਦਾ ਰਸਤਾ ਵੱਖਰਾ ਹੋ ਜਾਂਦਾ, ਉਲਟ ਜਾਂਦਾ ਹੈ। ਪਰ ਹੁਣ ਕੰਮ ਗਲਤ ਹੋ ਗਿਆ, ਉਲਟ ਹੋ ਗਿਆ। ਹੁਣ ਸੰਸਾਰ ਇਹ ਚਾਹੁੰਦਾ ਵੀ ਸਾਰੀਆਂ ਜਿਹੜੀਆਂ ਰਹਿਤ ਮਰਿਆਦਾ ਛੱਡ ਕੇ ਨੇ, ਜੋ ਅਸੀਂ ਕਹਿੰਦੇ ਉਸ ਤਰ੍ਹਾਂ ਚੱਲਣ। ਨਵੀਆਂ ਨਵੀਆਂ ਲੋਕੀ ਮੱਤਾਂ ਦਿੰਦੇ ਨੇ, ਗੁਰਮਤ ਤੋਂ ਉਲਟ ਹੋ ਕੇ ਨਾ ਉਲਟ ਚੱਲਦੇ ਨੇ। ਕਈ ਫਿਰ ਸਾਨੂੰ ਸਾਡੇ ਵਰਗ ਨੂੰ ਸਮਝਾਉਣ ਦਾ ਯਤਨ ਕਰਦੇ ਨੇ, ਆ ਨਹੀਂ ਜੀ, ਐ ਨਹੀਂ ਜੀ, ਐ ਕਰਨਾ। ਉਲਟ ਗੁਰਮਤ ਤੋਂ ਆਪ ਉਲਟ ਚੱਲਦੇ ਨੇ ਤੇ ਸਾਡੇ ਵਰਗੇ ਨੂੰ ਗੁਰਮਤ ਤੋਂ ਉਲਟ ਚਲਾ ਦਿੰਦੇ ਨੇ। ਜੇ ਕਈ ਵਾਰ ਗੱਲ ਨਾ ਮੰਨੀਏ ਨਾ, ਫਿਰ ਸ਼ਿਕਾਇਤ ਵੀ ਕਰ ਦਿੰਦੇ ਨੇ ਵੀ ਚਲੋ ਕੋਈ ਨਹੀਂ, ਕਮੇਟੀ ਵਾਲਿਆਂ ਨੂੰ ਦੱਸਾਂਗੇ। ਇਸ ਤਰ੍ਹਾਂ ਵੀ ਹੋ ਜਾਂਦਾ ਪਾਠੀ ਸਿੰਘਾਂ ਨਾਲ। ਕਮੇਟੀ ਵਾਲੇ ਵੀ ਫਿਰ ਗਾਂ ਵਿੱਚ ਰਹੇ ਜਿਹੇ ਹੁੰਦੇ ਨੇ, ਉਹ ਵੀ ਨਹੀਂ ਸੋਚਦੇ ਸਮਝਦੇ ਵੀ ਕੀ ਗੱਲ ਆ। ਬਾਬਾ ਜੀ ਜਿਵੇਂ ਪਰਿਵਾਰ ਕਹਿੰਦਾ ਉਕੜੇ ਕਰਦਿਆ ਕਰੋ। ਪਰਿਵਾਰ ਤਾਂ ਕਹੂਗਾ ਮੜੀਏ ਮਸਾਣੀਆਂ ਦੇ ਮੱਥੇ ਟੇਕੀ ਜਾਓ, ਟੇਕੀਏ ਫਿਰ ਅਸੀਂ। ਬਹੁਤ ਇਸ ਤਰ੍ਹਾਂ ਦੇ ਬਹੁਤ ਹੁੰਦੇ ਨੇ, ਬਹੁਤ ਜ਼ਿਆਦਾ। ਆਪਣੇ ਤਾਂ ਚਲੋ ਮਹਾਰਾਜ ਦੀ ਕਿਰਪਾ ਤੁਹਾਡੇ ਨਗਰ ਤੇ ਸਾਰੇ ਤੇ, ਪ੍ਰਬੰਧਕ ਕਮੇਟੀ ਆਪਣੀ ਬੜੀ ਵਧੀਆ, ਗੁਰਸਿੱਖ ਨੇ ਸਾਰੇ ਵਧੀਆ, ਗਿਆਨ ਰੱਖਣ ਵਾਲੇ ਨੇ। ਬਹੁਤ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਹੀ ਹੁੰਦਾ ਹੈ, ਬਹੁਤ ਜ਼ਿਆਦਾ। ਇਸ ਕਰਕੇ ਜੋ ਗੁਰੂ ਕਹਿੰਦਾ ਆਪਣੇ ਗੁਰੂ ਦੀ ਮੰਨਣੀ ਆ। ਸੰਸਾਰ ਤਾਂ ਸਦਾ ਹੀ ਉਲਟ ਪਾਸੇ ਨੂੰ ਚੱਲਣਾ। ਆ ਹੁਣ ਪਿੱਛੇ ਜੇ ਮੈਂ ਕੱਲ ਇੱਕ ਵੀਡੀਓ ਦੇਖ ਰਿਹਾ ਸੀ, ਉਹ ਝੰਡੀਆਂ ਜਿਹੀ ਲਈ ਫਿਰਨ ਦਿੱਲੀ ਦੇ ਵਿੱਚ। ਉਹ ਪੁੱਛਿਆ, ਦੇਖ ਰਹੇ ਸੀ ਵੀ ਕਿਉਂ ਫਿਰਦੇ ਨੇ, ਕੀ ਗੱਲ ਹੋ ਗਈ, ਕਾਹਤੋਂ ਇਸ ਤਰ੍ਹਾਂ। ਕਹਿੰਦੇ ਜੀ ਗੁਰਦੁਆਰਾ ਸਾਹਿਬ ਦੇ ਵਿੱਚ 10ਵੇਂ ਗ੍ਰੰਥ ਦੀ ਕਥਾ ਨਹੀਂ ਕਰਨ ਦਿੰਦੇ ਗਏ। 10ਵਾਂ ਗ੍ਰੰਥ ਕੀ ਆ? ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਉਚਾਰਨ ਕੀਤੀ ਗੁਰਬਾਣੀ। ਕਹਿੰਦੇ ਅਸੀਂ 10ਵੇਂ ਗ੍ਰੰਥ ਨੂੰ ਮੰਨਦੇ ਨਹੀਂ ਹਾਂ। ਜੇ ਉਹਨਾਂ ਨੂੰ ਪੁੱਛੇ ਵੀ ਜਿਹੜਾ ਆਪਾਂ 5 ਬਾਣੀਆਂ ਦਾ ਨਿਤਨੇਮ ਕਰਦੇ ਆ, ਜਾਪ ਸਾਹਿਬ, ਤਾ ਪ੍ਰਸਾਦ ਸਵਈਏ, ਚੌਪਈ ਸਾਹਿਬ, ਅਰਦਾਸ ਕਰਦੇ 10ਵੇਂ ਗ੍ਰੰਥ ਦੀ ਬਾਣੀ ਨੇ ਸਾਰੀਆਂ। ਕਈ ਨੂੰ ਤਾਂ ਵਿਚਾਰਿਆਂ ਨੂੰ ਇਹ ਵੀ ਨਹੀਂ ਪਤਾ ਵੀ 10ਵੇਂ ਗ੍ਰੰਥ ਦਾ ਕਿਹਨੂੰ ਕਹਿੰਦੇ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਾਣੀ। ਕਈ ਨਾ ਬਸ ਇਹੋ ਜਿਹੇ ਪ੍ਰਚਾਰਕਾਂ ਨੇ ਪ੍ਰਚਾਰ ਕੀਤਾ, ਉਲਟ ਲੋਕਾਂ ਦੇ ਦਿਮਾਗ 'ਚ ਭਰਤਾ।
ਜੇ ਆਪਾਂ ਗੁਰੂ ਗ੍ਰੰਥ 10ਵੇਂ ਗ੍ਰੰਥ ਨੂੰ ਰੱਦ ਕਰਦੇ ਆ, ਮੰਨਦੇ ਨਹੀਂ, ਫਿਰ ਤਾਂ ਅੰਮ੍ਰਿਤ ਵੀ ਨਹੀਂ ਹੈ। 5 ਬਾਣੀਆਂ ਪੜ੍ਹ ਕੇ ਅੰਮ੍ਰਿਤ ਤਿਆਰ ਹੁੰਦਾ, ਫਿਰ ਤਾਂ 5 ਬਾਣੀਆਂ ਪੜ੍ਹ ਕੇ ਅੰਮ੍ਰਿਤ ਤਿਆਰ ਹੁੰਦਾ, ਫਿਰ ਤਾਂ ਅੰਮ੍ਰਿਤ ਵੀ ਨਹੀਂ ਹੈ। ਜੇ 10ਵਾਂ ਗ੍ਰੰਥ ਨਹੀਂ, ਅੰਮ੍ਰਿਤ ਵੀ ਨਹੀਂ ਹੈ, ਫਿਰ ਸਵੇਰ ਦਾ ਨਿਤਨੇਮ ਵੀ ਨਹੀਂ ਹੈ, ਇਹ ਤਾਂ ਕੰਮ ਸਾਰਾ ਖਤਮ ਹੈ। ਅਰਦਾਸ ਵੀ ਨਾਲੇ ਤਾਂ ਕਹਿੰਦੇ ਅਸੀਂ ਮੰਨਦੇ ਨਹੀਂ ਹਾਂ, ਜਾਪ ਸਾਹਿਬ ਵੀ ਪੜ੍ਹਦੇ ਨੇ, ਤਾਂ ਪ੍ਰਸਾਦ ਸਵਈਏ ਵੀ ਪੜ੍ਹਦੇ ਨੇ, ਚੌਪੀ ਸਾਹਿਬ ਵੀ ਪੜ੍ਹਦੇ ਨੇ, ਤੇ ਅਰਦਾਸ ਵੀ ਕਰਦੇ ਨੇ। ਜੇ 10ਵਾਂ ਗ੍ਰੰਥ ਨਹੀਂ ਹੈ, ਇਹ ਤਾਂ ਸਭ ਕੁਝ ਖਤਮ ਹੈ, ਫਿਰ ਤਾਂ ਨਿਤਨੇਮ ਹੀ ਨਹੀਂ ਹੈ। ਭਾਵ ਕਿ ਲੋਕਾਂ ਦੀ ਜਿਹੜੀ ਮੱਤ ਆ ਉਹ ਉਲਟ ਚੱਲਦੀ ਆ, ਉਹ ਆਪਣੇ ਹਿਸਾਬ ਨਾਲ ਚਲਾਉਣਾ ਚਾਹੁੰਦੇ ਨੇ। ਇਹ ਨਹੀਂ ਵੀ ਅਸੀਂ ਜਿਵੇਂ ਗੁਰੂ ਜੀ ਕਹਿੰਦੇ ਨੇ, ਸਾਨੂੰ ਗੁਰਬਾਣੀ ਕਹਿੰਦੀ ਆ, ਉਸ ਤਰ੍ਹਾਂ ਚੱਲੀਏ। ਰਹੋ ਵਿਚਾਰ ਹੋਰੇ ਪਾਸੇ ਲੰਘੀ ਸੀ, ਵਿਚਾਰ ਚੱਲ ਰਹੀ ਸੀ। ਸੰਸਾਰ ਵੱਲੋਂ ਉਲਟ ਕੇ ਮੇਰੀ ਆਤਮਾ ਪਰਮ ਆਤਮਾ ਅੰਦਰ ਲੀਨ ਹੋ ਗਈ। ਵੀ ਸੰਸਾਰ ਦੀਆਂ ਵਿਚਾਰਾਂ ਤੋਂ ਉਲਟਾ ਹੋ ਕੇ ਆਪਣੀ ਆਤਮਾ ਨੂੰ ਪਰਮਾਤਮਾ ਦੇ ਵਿੱਚ ਲੀਨ ਕਰਨਾ। 10 ਨੌਂ ਦੀ ਕਿਰਤ ਕਮਾਈ ਕਰੋ, ਬਹੁਤਾ ਕੁਝ ਕਰਨ ਦੀ ਲੋੜ ਨਹੀਂ ਹੈ। 10 ਨੌਂ ਦੀ ਕਿਰਤ ਕਮਾਈ ਆਪਾਂ ਕਰ ਹੀ ਰਹੇ ਹਾਂ ਸਾਰੇ, ਜਿੰਨਾ ਹੁੰਦਾ ਕੰਮ ਕਰ, ਤੇ ਉਹਦੇ ਵਿੱਚ ਨਵਾਂ ਐਡ ਕਰ ਲਈਏ। ਸਤ ਸੰਗਤ ਕਰੀਏ ਸਮਾਂ ਕੱਢ ਕੇ, ਤੇ ਸਿਮਰਨ ਕਰੀਏ, ਗੁਰਬਾਣੀ ਪੜ੍ਹੀਏ, ਸਿਮਰਨ ਕਰੀਏ। ਆਪਣੀ ਜਿਹੜੀ ਆਤਮਾ ਇਹਨੂੰ ਪਰਮਾਤਮਾ ਨਾਲ ਮਿਲਾਉਣ ਦਾ ਯਤਨ ਕਰੀਏ। ਬਸ ਪ੍ਰਾਣੀ ਤੂੰ ਆਇਓ ਲਾਹਾ ਲੈਣ, ਲੱਗਾ ਕਿਤਕ ਫਕੜੇ ਸਾ ਮੁਕਦੀ ਚੱਲੀ ਰਹਿਣ। ਰਹਿਣ ਮੁਕਦੀ ਜਾ ਰਹੀ ਹੈ, ਦਿਨ ਆ ਗਿਆ, ਰਾਤ ਲੰਘੀ, ਦਿਨ ਕੰਮ ਕਾਰ ਕਰਦੇ ਆ, ਰਾਤ ਸੌਂ ਕੇ ਲੰਘੀ, ਸਮਾਂ ਬਤੀਤ ਹੁੰਦਾ ਜਾਂਦਾ। ਹਰ ਬੰਦਾ ਇੱਕ ਮੌਤ ਦੇ ਮੂੰਹ ਵੱਲ ਨੂੰ ਭੱਜਿਆ ਜਾਂਦਾ, ਹਰ ਇੱਕ ਬੰਦਾ। ਪਰ ਇਸ ਸਮੇਂ ਨੂੰ ਗੁਰੂ ਦੇ ਲੇਖੇ ਲਾ ਲੈਣਾ ਚਾਹੀਦਾ ਹੈ। ਕੰਮਕਾਰ ਵੀ ਕਰਨੇ ਜ਼ਰੂਰੀ ਨੇ, ਧੀਆਂ ਪੁੱਤਰ ਵੀ ਪਾਲਣੇ ਜ਼ਰੂਰੀ ਨੇ, ਪਰ ਸਭ ਤੋਂ ਜ਼ਰੂਰੀ ਭਈ ਪ੍ਰਾਪਤ ਮਨੁੱਖ ਦੇਹੁਰੀਆ। ਗੋਬਿੰਦ ਮਿਲ ਕੀ ਉਹ ਤੇਰੀ ਬਰੀਆ, ਆਬਰ ਕਾਜ ਤੇਰੇ ਕਿਤੇ ਨਾ ਕਾਮ। ਇਹ ਮਨੁੱਖਾ ਜਨਮ ਮਿਲਿਆ ਹੈ ਨਾਮ ਜਪਣ ਵਾਸਤੇ, ਬਾਣੀ ਪੜ੍ਹਨ ਵਾਸਤੇ, ਆਪਣੇ ਜੂਨਾਂ ਨੂੰ ਪਲਟਣ ਵਾਸਤੇ, ਬਦਲਣ ਵਾਸਤੇ ਇਹ ਮਨੁੱਖਾ ਜਨਮ ਮਿਲਿਆ। ਇਸੇ ਵਿੱਚ ਮਨੁੱਖੇ ਜਨਮ 'ਚ ਆ ਕੇ ਨਾਮ ਜਪ ਸਕਦੇ, ਹੋਰ ਜੂਨ ਦੇ ਵਿੱਚ ਨਾਮ ਨਹੀਂ ਜਪਿਆ ਜਾਂਦਾ। ਇਸ ਕਰਕੇ ਸੰਸਾਰ ਵੱਲੋਂ ਉਲਟਾ ਕੇ ਆਪਣੀ ਆਤਮਾ ਨੂੰ ਪਰਮਾਤਮਾ ਦੇ ਨਾਲ ਜੋੜਨ ਦਾ ਯਤਨ ਕਰੀਏ। ਗੁਰਾਂ ਦੀ ਦਇਆ ਦੁਆਰਾ ਮੇਰੀ ਸਮਝ ਅਡਰੀ ਹੋ ਗਈ, ਅਡਰੀ ਹੋ ਗਈ। ਭਾਵ ਕਿ ਜਦੋਂ ਮੈਂ ਗੁਰਾਂ ਦੀ ਮੱਤ ਲਈ, ਗੁਰਾਂ ਤੋਂ ਸੋਝੀ ਲਈ, ਤਾਂ ਸੰਸਾਰ ਦੇ ਨਾਲੋਂ ਮੇਰੀ ਮੱਤ ਵੱਖਰੀ ਹੋ ਗਈ, ਅੱਡ ਹੋ ਗਈ। ਨਹੀਂ ਤਾਂ ਮੈਂ ਬਿਲਕੁਲ ਹੀ ਅਗਿਆਨੀ ਸਾਂ। ਜਿਵੇਂ ਸੰਸਾਰ, ਜਿਵੇਂ ਲੋਕੀ ਅਗਿਆਨੀ ਸੀ, ਗਿਆਨ ਨਹੀਂ ਸੀ, ਭਗਤ ਕਬੀਰ ਜੀ ਕਹਿੰਦੇ ਨਹੀਂ ਤਾਂ ਮੈਂ ਅਗਿਆਨੀ ਸਾਂ, ਮੈਨੂੰ ਬਿਲਕੁਲ ਗਿਆਨ ਹੀ ਨਹੀਂ ਸੀ ਕਹਿੰਦੇ। ਜਦੋਂ ਗੁਰਾਂ ਦੀ ਮੱਤ ਲੈ ਲਈ ਤਾਂ ਲੋਕਾਂ ਦੇ ਨਾਲੋਂ ਮੇਰੀ ਮੱਤ ਅੱਡ ਹੋ ਗਈ। ਵਿਖਮ ਮਾਰਗ ਚੱਲਣਾ ਦਾ ਮਤਲਬ ਜਿਹੜੇ ਰੱਬ ਦੇ ਪਿਆਰਿਆਂ ਦੀ ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ, ਭਗਤਾਂ ਕੇਰੀ ਵਿਖਮ ਮਾਰਗ ਚੱਲਣਾ। ਉਹਨਾਂ ਦੀ ਚਾਲ ਸੰਸਾਰ ਤੋਂ ਵੱਖਰੀ ਹੁੰਦੀ ਆ। ਆ ਤੋਰ ਦੀ ਗੱਲ ਨਹੀਂ ਕੀਤੀ, ਰਹਿਤ ਮਰਿਆਦਾ, ਰਹਿਤ ਦੇ ਵਿੱਚ ਰਹਿਣਾ, ਮਰਿਆਦਾ ਦੇ ਵਿੱਚ ਰਹਿਣਾ, ਸੋਚ ਸਮਝ ਆ ਉਹਨਾਂ ਦੀ ਚਾਲ ਆ ਜਿਹੜੀ, ਇਹ ਵੱਖਰੀ ਹੁੰਦੀ ਆ। ਅੱਗੇ ਸੁਣੋ ਕੀ ਕਹਿੰਦੇ ਨੇ। ਨਿਬਰੈ ਦੂਰ ਦੂਰ ਪੁਨ ਨਿਬਰੈ, ਜਿਨ ਜੈਸਾ ਕਰ ਮਾਨਿਆ। ਜੋ ਨੇੜੇ ਸੀ ਉਹ ਦੂਰ ਹੋ ਗਿਆ, ਅਤੇ ਮੁੜ ਜੋ ਦੁਰੇਡੇ ਸੀ, ਜੋ ਦੂਰ ਸੀ, ਉਹ ਨੇੜੇ ਹੋ ਗਿਆ ਹੈ। ਉਸ ਲਈ ਜੋ ਸੁਆਮੀ ਨੂੰ ਜਿਹੋ ਜਿਹਾ ਉਹ ਹੈ ਵੈਸਾ ਹੀ
ਅਨੁਭਵ ਕਰਦਾ ਹੈ। ਜਿਹੋ ਜਿਹਾ ਹੈ ਵੈਸਾ ਹੀ ਅਨੁਭਵ ਕਰਦਾ ਹੈ। ਅਲਔਤੀ ਕਾ ਜੈਸੇ ਪਿਆ ਬਰਿਡਾ, ਜਿਨ ਪੀਆ ਤਿਨ ਜਾਣਿਆ। ਜਿਸ ਤਰ੍ਹਾਂ ਮਿਸਰੀ ਦਾ ਬਣਿਆ ਹੋਇਆ ਸਰਬਤ ਕੇਵਲ ਉਹੀ ਇਸ ਦੇ ਸਵਾਦ ਨੂੰ ਜਾਣਦਾ ਹੈ ਜੋ ਇਸ ਨੂੰ ਪੀਂਦਾ ਹੈ। ਮਿਸਰੀ ਦਾ ਬਣਿਆ ਹੋਇਆ ਸਰਬਤ ਜਿਹੜਾ ਪੀਊ ਨਾ, ਉਹੀ ਇਸ ਦੇ ਸਵਾਦ ਨੂੰ ਜਾਣੂ, ਦੂਜਾ ਨਹੀਂ ਜਾਣਦਾ ਹੈ। ਹੁਣ ਮੰਨ ਲਓ ਵੀ ਜਿਹੜੇ ਚਾਹ ਪੀਂਦੇ ਆ, ਜਿਹੜਾ ਬੰਦਾ ਚਾਹ ਪੀਊਗਾ ਉਹ ਚਾਹ ਦਾ ਸਵਾਦ ਉਸ ਨੂੰ ਪਤਾ ਹੋਊਗਾ। ਹੁਣ ਜਿੰਨੇ ਮੇਰੇ ਵਰਗੇ ਨੇ ਜ਼ਿੰਦਗੀ ਦੇ ਵਿੱਚ ਵਿਚਾਰੇ ਨੇ ਚਾਹ ਹੀ ਨਹੀਂ ਪੀਤੀ ਕਦੇ, ਉਹਨੂੰ ਕੀ ਸਵਾਦ ਦਾ ਪਤਾ ਚਾਹ ਦਾ? ਉਹਨੂੰ ਕੀ ਪਤਾ ਲੱਗਣਾ ਵੀ ਚਾਹ ਦਾ ਕੀ ਸਵਾਦ ਆ? ਜਿਹਨੇ ਕਦੇ ਨਾਮ ਹੀ ਨਹੀਂ ਜਪਿਆ ਉਹਨੂੰ ਕੀ ਪਤਾ ਵੀ ਨਾਮ ਦਾ ਆਨੰਦ ਕੀ ਹੈ, ਨਾਮ ਦਾ ਰਸ ਕੀ ਆ, ਕਿਵੇਂ ਜਿਹੜੀ ਆਤਮਾ ਪਰਮਾਤਮਾ ਵਿੱਚ ਮਿਲ ਜਾਂਦੀ ਹੈ, ਕੀ ਆਨੰਦ ਬਣਦਾ ਹੈ। ਹੁਣ ਜਿਹੜੇ ਤੁਸੀਂ ਸਤ ਸੰਗੀ ਹੋ, ਸਤ ਸੰਗਤ ਕਰਦੇ ਹੋ, ਗੁਰੂ ਦੇ ਚਰਨਾਂ ਦੇ ਵਿੱਚ ਬੈਠੇ ਹੋ, ਜੋ ਕਥਾ ਵਾਰਤਾ ਗੁਰੂ ਦੀਆਂ ਵਿਚਾਰਾਂ ਸੁਣਦੇ, ਜਿਹੜਾ ਤੁਹਾਨੂੰ ਆਨੰਦ ਆਉਂਦਾ, ਉਹ ਜਿਹੜੇ ਘਰਾਂ ਦੇ ਵਿੱਚ ਸੁੱਤੇ ਪਏ ਨੇ ਉਹਨਾਂ ਨੂੰ ਕੀ ਪਤਾ ਵੀ ਕੀ ਆਨੰਦ ਦਾ ਕਥਾ ਦਾ, ਗੁਰਬਾਣੀ ਦਾ। ਇਹ ਤਾਂ ਜਿਹੜਾ ਚੱਖਦਾ ਹੈ ਉਸੇ ਨੂੰ ਪਤਾ ਹੈ, ਜਿਹੜਾ ਜਪਦਾ ਹੈ ਉਸੇ ਨੂੰ ਪਤਾ ਵੀ ਕੀ ਆਨੰਦ ਆ ਗੁਰਬਾਣੀ ਦਾ, ਸਿਮਰਨ ਦਾ, ਸੇਵਾ ਦਾ। ਤੇਰੀ ਨਿਰਗੁਣ ਕਥਾ ਕਾਏ, ਸਿਉ ਕਹੀਆ ਐਸਾ ਕੋਈ ਬਵੇਕੀ। ਤੇਰੀ ਤਿੰਨਾਂ ਲਸਣਾ ਰਹਿਤ ਕਥਾ ਵਾਰਤਾ ਕਿਸ ਨੂੰ ਦੱਸਾਂ हे ਪ੍ਰਭੂ। ਆ ਜਿਹੜੀ ਤੇਰੀ ਤਿੰਨਾਂ ਲਸਣਾ ਵਾਲੀ ਕਥਾ ਵਾਰਤਾ ਹੈ, ਇਹ ਕਿਸ ਨੂੰ ਦੱਸਾਂ हे ਪ੍ਰਭੂ। ਕੀ ਕੋਈ ਇਹੋ ਜਿਹਾ ਪ੍ਰਵੀਨ ਪੁਰਸ਼ ਹੈ? ਕਹੇ ਕਬੀਰ ਜਿਨ ਦਿਆ ਪਲੀਤਾ, ਤਿਨ ਤੈਸੀ ਚੱਲ ਦੇਖੇ। ਜਿਹੋ ਜਹੀ ਰੂਹਾਨੀ ਗਿਆਤ ਦਾ ਪਲੀਤਾ ਬੰਦਾ, ਮੈਲਾ ਬੰਦਾ ਪਲੀਤਾ ਲਾਉਂਦਾ ਹੈ, ਉਹ ਜਹੀ ਹੀ ਈਸਵਰੀ ਝਲਕ ਉਹ ਵੇਖ ਲੈਂਦਾ ਹੈ। ਗੌੜੀ ਤਹ ਪਾਬਸ ਸਿੰਧ ਧੂਪ ਨਹੀਂ ਸਹੀਆ, ਤੈ ਉਪਤ ਪਰਲੋ ਨਾਹੀ। ਉੱਥੇ ਪ੍ਰਭੂ ਪਾਸ ਕੋਈ ਬਿਰਖ, ਰੁੱਤ, ਸਮੁੰਦਰ, ਧੁੱਪ ਅਤੇ ਸਾਹ ਨਹੀਂ, ਅਤੇ ਉੱਥੇ ਉਤਪਤੀ ਜਾਂ ਤਬਾਹੀ ਵੀ ਨਹੀਂ। ਉਹ ਪਰਮੇਸ਼ਰ ਦੇ ਕੋਲ ਕਹਿੰਦੇ ਨਾ ਤਾਂ ਕੋਈ ਬਿਰਖ ਹੈ, ਦਰਖਤ, ਨਾ ਕੋਈ ਉੱਥੇ ਰੁੱਤ ਹੈ, ਨਾ ਸਮੁੰਦਰ ਹੈ, ਨਾ ਹੀ ਧੁੱਪ ਹੈ, ਤੇ ਨਾ ਹੀ ਸਾਹ ਹੈ। ਉੱਥੇ ਉਤਪਤੀ ਜਾਂ ਤਬਾਹੀ ਵੀ ਨਹੀਂ ਹੈ। ਜੀਵਤ ਮਿਰਤ ਨਾ ਦੁੱਖ ਸੁਖ ਵਿਆਪੈ, ਸੁਨ ਸਮਾਦ ਦੋ ਤਹਿ ਨਾਹੀ। ਉੱਥੇ ਜੰਮਣਾ ਤੇ ਮਰਨਾ ਨਹੀਂ, ਨਾ ਹੀ ਗਮ ਤੇ ਨਾ ਹੀ ਖੁਸ਼ੀ ਮਹਿਸੂਸ ਹੁੰਦੀ ਆ। ਨਾ ਤਾਂ ਜੰਮਣਾ ਤੇ ਨਾ ਮਰਨਾ, ਨਾ ਹੀ ਗਮ ਹੈ ਤੇ ਨਾ ਹੀ ਖੁਸ਼ੀ ਹੈ। ਨਾ ਹੀ ਗਮ ਮਹਿਸੂਸ ਹੁੰਦਾ, ਨਾ ਖੁਸ਼ੀ ਮਹਿਸੂਸ ਹੁੰਦੀ ਹੈ। ਸਹਿਜ ਕੀ ਕਥ ਕਥਾ ਹੈ ਨਿਰਾਰੀ, ਸਹਿਜ ਕੀ ਕਥ ਕਥਾ ਹੈ ਨਿਰਾਰੀ। ਉੱਥੇ ਕੇਵਲ ਅਫੁਰ ਸਮਾਧੀ ਹੈ ਅਤੇ ਦਵੈਤ ਭਾਵ ਨਹੀਂ। ਸਹਿਜ ਦੀ ਅਵਸਥਾ ਵਾਰਤਾ ਲਸਾਨੀ ਅਤੇ ਅੱਕੇ ਹੈ।
ਪਰਮੇਸ਼ਰ ਦੇ ਕੋਲ ਤਾਂ ਉੱਥੇ ਬਸ ਸੁੰਨ ਸਮਾਧ। ਉੱਥੇ ਜਦੋਂ ਪਰਮੇਸ਼ਰ ਦੇ ਨਾਲ ਸਮਝ ਲਓ ਬਿਰਤੀ ਜਾ ਜੁੜੀ, ਨਾ ਧੁੱਪ ਲੱਗਦੀ ਆ ਤੇ ਨਾ ਸੌਂ ਲੱਗਦੀ ਆ, ਤਾਂ ਗੁਰਮੁਖ ਪਿਆਰਿਓ ਨਾ ਭੁੱਖ ਲੱਗਦੀ ਹੈ ਤੇ ਨਾ ਪਿਆਸ ਲੱਗਦੀ ਹੈ। ਸਿਰਫ ਸੁਰਤੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਜਦੋਂ ਲੀਨ ਹੋ ਜਾਂਦੀ ਹੈ, ਭੇਦ ਹੋ ਜਾਂਦਾ। ਫਿਰ ਕਹਿੰਦੇ ਨੇ ਅੱਠੇ ਪਹਿਰ ਦੀ ਸਮਾਧੀ ਲੱਗੀ ਰਹਿੰਦੀ ਆ ਰੱਬ ਦੇ ਪਿਆਰਿਆਂ ਦੀ, ਫਿਰ ਸਮਾਧੀ ਲੱਗ ਜਾਂਦੀ ਹੈ। ਅੱਗੇ ਸੁਣੋ, ਤੁਲ ਨਹੀਂ ਛੱਡੈ ਜਾਏ ਨਾ ਮੁਕਾਤੀ, ਹਲਕੀ ਲੱਗੇ ਨਾ ਭਾਰੀ ਰਹਾਓ। ਇਹ ਨਾ ਤੋਲੀ ਜਾਂਦੀ ਹੈ ਅਤੇ ਨਾ ਹੀ ਮੁੱਕਦੀ ਹੈ, ਨਾ ਇਹ ਹੌਲੀ ਹੈ ਤੇ ਨਾ ਇਹ ਭਾਰੀ ਹੈ। ਅਰਧ ਉਰਧ ਦੋ ਤੈ ਨਹੀਂ, ਰਾਤ ਦਿਨ ਸਤੈ ਨਾਹੀ। ਕਹਿੰਦੇ ਹੇਠਲਾ ਲੋਕ ਅਤੇ ਉੱਪਰਲਾ ਲੋਕ ਦੋਨੋਂ ਹੀ ਉੱਥੇ ਨਹੀਂ, ਦਿਨ ਰਾਤ ਵੀ ਉੱਥੇ ਨਹੀਂ। ਜਲ ਨਹੀਂ ਪਵਨਾ ਪਾਵਕ ਪੁਨ ਨਾਹੀ, ਸਤਿਗੁਰ ਤਾਹਾਂ ਸਮਾਹੀ। ਉੱਥੇ ਪਾਣੀ ਹਵਾ ਅਤੇ ਅੱਗ ਨਹੀਂ, ਸੱਚਾ ਗੁਰੂ ਉੱਥੇ ਰਮ ਰਿਹਾ। ਉੱਥੇ ਨਾ ਪਾਣੀ ਆ ਨਾ ਅੱਗ ਹੈ, ਉੱਥੇ ਸੱਚਾ ਗੁਰੂ ਰਮ ਰਿਹਾ ਹੈ। ਅਗਮ ਅਗੋਚਰ ਰਹਿ ਨਿਰੰਤਰ, ਗੁਰ ਕਿਰਪਾ ਤੇ ਲਹੀਐ। ਕਹੇ ਕਬੀਰ ਬਲ ਜਾਓ, ਗੁਰ ਆਪਣੇ ਸਤ ਸੰਗਤ ਮਿਲ ਰਹੀਐ। ਪਹੁੰਚ ਤੋਂ ਪਰੇ ਅਤੇ ਸੋਚ ਸਮਝ ਤੋਂ ਉਚੇਰਾ ਪੁਰਖ ਉੱਥੇ ਆਪਣੇ ਆਪ ਦੇ ਅੰਦਰ ਨਿਵਾਸ ਰੱਖਦਾ ਹੈ। ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ। ਕਬੀਰ ਜੀ ਆਖਦੇ ਹਨ, ਮੈਂ ਆਪਣੇ ਗੁਰਾਂ ਤੋਂ ਕੁਰਬਾਨ ਹਾਂ ਅਤੇ ਸਾਧ ਸੰਗਤ ਨਾਲ ਜੁੜਿਆ ਰਹਿੰਦਾ ਹਾਂ। ਗੌੜੀ, ਪਾਪ ਪੁੰਨ ਦੋਏ ਬੈਲ ਵਸਾਹੀ, ਪਵਨ ਪੂੰਜੀ ਪ੍ਰਗਾਸਿਓ। ਕਹਿੰਦੇ ਦੋਨੋਂ ਨੇਕੀਆਂ ਅਤੇ ਬਦੀਆਂ, ਨੇਕੀਆਂ ਅਤੇ ਬਦੀਆਂ ਨਾਲ ਦੇਹ ਦਾ ਬਦਲ ਮੁੱਲ ਲਿਆ ਅਤੇ ਜਿੰਦ ਜਾਨ ਰਾਸ ਵਜੋਂ ਪ੍ਰਗਟ ਹੋਈ ਹੈ। ਤ੍ਰਿਸ਼ਨਾ ਗੁਣ ਪਰੇ ਕਟ ਪੀਤਰ, ਇਨ ਬਿਦ ਟਾਂਡ ਵਸਾਹਿਓ। ਭਗਤ ਕਬੀਰ ਜੀ ਕਹਿੰਦੇ ਇਸ ਤਰੀਕੇ ਨਾਲ ਬੱਗ ਖਰੀਦਿਆ ਗਿਆ ਹੈ। ਬਲਦ ਦੀ ਪਿੱਠ ਉੱਪਰ ਦੀ ਦਿਲ ਦੀ ਬੋਰੀ ਅੰਦਰੋਂ ਇੱਛਾ ਨਾਲ ਭਰੀ ਹੋਈ ਹੈ। ਐਸਾ ਨਾਇਕ ਰਾਮ ਹਮਾਰਾ, ਇਹੋ ਜਿਹਾ ਮਾਲਦਾਰ ਸਾਹੂਕਾਰ ਹੈ ਮੇਰਾ। ਉਹ ਪਰਮੇਸ਼ਰ ਇਹੋ ਜਿਹਾ ਹੈ ਮੇਰਾ। ਸਗਲ ਸੰਸਾਰ ਕੀਓ ਵਣਜਾਰਾ ਰਹਾਓ। ਸਾਰੇ ਜਹਾਨ ਨੂੰ ਉਸਨੇ ਆਪਣਾ ਛੋਟਾ ਹਟਵਾਣੀਆਂ ਬਣਾਇਆ ਹੋਇਆ, ਭਾਵ ਕਿ ਵਣਜਾਰਾ ਬਣਾਇਆ ਹੋਇਆ ਹੈ। ਸਾਰੇ ਸੰਸਾਰ ਨੂੰ ਉਸ ਪਰਮੇਸ਼ਰ ਨੇ ਵਣਜਾਰਾ ਬਣਾਇਆ ਹੋਇਆ ਹੈ, ਵਣਜ ਕਰਨ ਵਾਲਾ। ਕਾਮ ਕ੍ਰੋਧ ਦੋਏ ਪਏ ਜਗਾਤੀ, ਮਨ ਤਰੰਗ ਬਟਵਾਰਾ। ਵਿਸ਼ੇ ਵੇਗ ਤੇ ਗੁੱਸਾ ਦੋਨੋਂ ਮਸੂਲੀਏ ਹਨ।
ਅਤੇ ਚਿੱਤ ਦੀਆਂ ਲਹਿਰਾਂ ਰਾਹ ਮਾਰ ਡਾਕੂ ਬਣ ਗਈਆਂ ਨੇ। ਕਹਿੰਦੇ ਜਿਵੇਂ ਡਾਕੂ ਰਾਹ ਦੇ ਵਿੱਚ ਖੜੇ ਨੇ ਨਾ, ਮਾਰ ਲੈਂਦੇ ਨੇ ਬੰਦੇ ਨੂੰ, ਲੁੱਟ ਲੈਂਦੇ ਨੇ। ਜਿਹੜੀਆਂ ਚਿੱਤ ਦੀਆਂ ਲਹਿਰਾਂ ਨੇ, ਇੱਛਾ ਨੇ, ਇਹ ਡਾਕੂ ਬਣ ਗਈਆਂ ਨੇ। ਕਹਿੰਦੇ ਪੰਜ ਤਤ ਮਿਲ ਦਾਨ ਨਵੇਰੇ ਟਾਂਡਾ ਉਤਰਿਓ ਪਾਰਾ। ਪੰਜ ਪ੍ਰਾਣ ਨਾਸਕ ਪਾਪ ਇਕੱਠੇ ਹੋ ਕੇ ਲੁੱਟਦੇ ਮਾਲ ਨੂੰ ਵੰਡ ਲੈਂਦੇ ਨੇ। ਮੰਨ ਲਓ ਵੀ ਪੰਜ ਚੋਰ ਹੋ ਗਏ, ਪੰਜ ਚੋਰ ਜਿਹੜੇ ਇਕੱਠੇ ਹੋ ਕੇ ਚੋਰੀ ਕਰਦੇ ਨੇ, ਜਿੰਨਾ ਵੀ ਲੁੱਟ ਦਾ ਸਮਾਨ ਆਉਂਦੇ ਨੇ, ਫਿਰ ਆਪਣੇ ਆਪ 'ਚ ਵੰਡ ਲੈਂਦੇ ਨੇ। ਇਸੇ ਤਰ੍ਹਾਂ ਪੰਜ ਪ੍ਰਾਣ ਨਾਸਕ ਪਾਪ ਇਕੱਠੇ ਹੋ ਕੇ ਬੰਦੇ ਨੂੰ ਲੁੱਟਦੇ ਨੇ। ਇਸ ਤਰ੍ਹਾਂ ਬੱਗ ਪਾਰ ਲੰਘ ਜਾਂਦਾ ਹੈ ਤੇ ਮਰ ਮੁੱਕਦਾ ਹੈ। ਭਾਵ ਕਿ ਬੱਗ ਇਹ ਸੰਸਾਰ ਇਸੇ ਤਰ੍ਹਾਂ ਹੀ ਲੰਘ ਜਾਂਦਾ, ਸਾਨੂੰ ਲੁੱਟਦੇ ਰਹਿੰਦੇ ਨੇ ਵਿਸੇ ਵੇਗ। ਇਸੇ ਤਰ੍ਹਾਂ ਸਮਾਂ ਲੰਘਦਾ ਲੰਘਦਾ ਬੰਦਾ ਮਰ ਮੁੱਕ ਜਾਂਦਾ ਹੈ। ਕਹਿਤ ਕਬੀਰ ਸੁਨੋ ਰੇ ਸੰਤੋ ਅਬ ਐਸੇ ਬਨਿਆਈ। ਘਾਟੀ ਚੜਤ ਬੈਲ ਇੱਕ ਥਕਾ ਚਲੋ ਕੌਣ ਸਿਟਕਾਈ। ਭਗਤ ਕਬੀਰ ਜੀ ਆਖਦੇ ਹਨ, ਕਹਿੰਦੇ ਸੁਣੋ ਹੇ ਸਾਧੂਓ, ਹੇ ਰੱਬ ਦੇ ਪਿਆਰਿਓ ਸੁਣੋ। ਹੁਣ ਇਸ ਤਰ੍ਹਾਂ ਦੀ ਹਾਲਤ ਆ ਬਣੀ ਹੈ। ਉੱਚੀ ਪਹਾੜੀ ਤੇ ਚੜ੍ਹਦਿਆਂ ਇੱਕ ਬਲਦ ਹਾਰ ਗਿਆ ਅਤੇ ਆਪਣੀ ਬੋਰੀ ਸੁੱਟ ਕੇ ਉਹ ਆਪਣੇ ਸਫ਼ਰ ਤੇ ਚੱਲਦਾ ਬਣਿਆ। ਗੌੜੀ ਪੰਚਪਦਾ ਪੀਬ ਕੜਾ ਦਿਨ ਚਾਰ ਹੈ ਸੌਰੜੈ ਜਾਣਾ। ਕੀ ਕਹਿੰਦੇ ਨੇ ਭਗਤ ਕਬੀਰ ਜੀ, ਸੁਣੋ ਵਿਚਾਰ। ਪੀਬ ਕੜੈ ਦਿਨ ਚਾਰ ਹੈ ਸੌਰੜੈ ਜਾਣਾ। ਇਸਤਰੀ ਦੇ ਆਪਣੇ ਬਾਪੂ ਦੇ ਘਰ, ਇਹ ਕਹਿ ਲੈ ਵੀ ਲੜਕੀ ਆਪਣੇ ਬਾਪੂ ਦੇ ਘਰ ਵਿੱਚ 4 ਦਿਹਾੜੇ ਹਨ, ਉਸ ਨੂੰ ਸਹੁਰੇ ਘਰ ਜਾਣਾ ਪੈਣਾ ਹੈ। ਲੜਕੀਆਂ ਨੇ, ਧੀਆਂ ਨੇ ਮਾਪਿਆਂ ਦੇ ਘਰ ਵਿੱਚ ਕਿੰਨਾ ਕੁ ਚਿਰ ਰਹਿ ਜਾਣਗੀਆਂ। ਆਖਰਕਾਰ ਮਾਪਿਆਂ ਦਾ ਘਰ ਛੱਡ ਕੇ ਸਹੁਰੇ ਜਾਣਾ ਪੈਣਾ ਹੈ। ਆਖੋ ਸਤਨਾਮ। ਅਸੀਂ ਜਿੰਨਾ ਸੰਸਾਰ ਰਹਿ ਰਿਹਾ ਨਾ, ਸੰਸਾਰ ਦੇ ਵਿੱਚ ਸਮਝ ਲਓ ਇਹ ਸਾਡੇ ਮਾਪੇ ਨੇ। ਇਹਨੂੰ ਛੱਡ ਕੇ ਲੋਕ ਪਰਲੋਕ ਦੇ ਵਿੱਚ ਜਾਣਾ ਪੈਣਾ। ਪਰਲੋਕ ਕੀ ਆ? ਸਾਡੇ ਸਹੁਰੇ ਨੇ। ਜਿਸ ਤਰ੍ਹਾਂ ਲੜਕੀ ਨੂੰ ਆਪਣਾ ਘਰ, ਨਗਰ, ਮਾਂ-ਬਾਪ ਛੱਡ ਕੇ ਜਾਣੇ ਪੈਣੇ ਨੇ ਨਾ, ਇਸੇ ਤਰ੍ਹਾਂ ਆ ਸੰਸਾਰ ਨੂੰ ਛੱਡ ਕੇ ਸਾਨੂੰ ਜਾਣਾ ਪੈਣਾ। ਸਾਡੇ ਇਹ ਪੇਕੇ ਨੇ ਤੇ ਜੋ ਪ੍ਰਲੋਕ ਹੈ ਉਹ ਸਾਡੇ ਸਹੁਰੇ ਨੇ। ਉੱਥੇ ਇੱਕ ਦਿਨ ਸਹੁਰੇ ਜਾਣੀ ਪੈਣਾ। ਆਖੋ ਸਤਨਾਮ। ਅੱਗੇ ਸੁਣੋ ਕੀ ਕਹਿੰਦੇ ਨੇ। ਅੰਧੀ ਲੋਕ ਨਾ ਜਾਣੀ ਮੂਰਖ ਇਆਣਾ। ਕਹਿੰਦੇ ਅੰਨੀ ਮੂੜ ਅਤੇ ਨਦਾਨ ਜਨਤਾ, ਜਨਤਾ ਦਾ ਮਤਲਬ ਲੋਕ, ਅੰਨੀ ਮੂੜ ਅਤੇ ਨਿਦਾਨ ਲੋਕ ਇਸ ਨੂੰ ਨਹੀਂ ਸਮਝਦੇ। ਆਹ ਗੱਲ ਨੂੰ ਜਿਹੜੀ ਦੱਸੀ ਹੈ ਪਿੱਛੇ, ਇਹਨੂੰ ਕਹਿੰਦੇ ਸਮਝਦੇ ਨਹੀਂ। ਤਾਂ ਇਹ ਸਮਝਦੇ ਨੇ ਮੈਂ ਨਾ ਮਰਬੋ ਸੰਸਾਰਾ, ਵੀ ਮੈਂ ਨਹੀਂ ਮਰਨਾ, ਤਾਂ ਹੋਰੇ ਮਰੀ ਜਾਂਦੇ ਨੇ, ਮੈਂ ਨਹੀਂ ਮਰਨਾ। ਕਹਿੰਦੇ ਅੰਨੀ ਜਨਤਾ, ਮੂਰਖ ਜਨਤਾ ਇਹ ਗੱਲ ਨੂੰ ਸਮਝਦੇ ਨਹੀਂ।
ਜਿਨ੍ਹਾਂ ਨੇ ਗੁਰੂ ਦੀ ਬਾਣੀ ਸੁਣ ਲਈ, ਵਿਚਾਰ ਸੁਣ ਲਈ, ਕਥਾ ਸੁਣ ਲਈ, ਬਾਣੀ ਪੜ੍ਹ ਲਈ, ਸਿਮਰਨ ਕਰ ਲਿਆ, ਉਹਨਾਂ ਨੂੰ ਇਹ ਗੱਲਾਂ ਦੀ ਸੋਝੀ ਆ ਜਾਂਦੀ ਆ। ਅੱਗੇ ਸੁਣੋ ਕੀ ਕਹਿੰਦੇ ਨੇ। ਕਹੋ ਡੱਡੀਆ ਬੰਦ ਤਨ ਖੜੀ, ਪਾਹੋ ਕਰ ਆਏ ਮੁਕਲਾਓ ਆਏ ਰਾਓ। ਕਹਿੰਦੇ ਦੱਸੋ ਪਤਨੀ ਕਿਉਂ ਐਨੀ ਬੇਪਰਵਾਹੀ ਨਾਲ ਖਲੋ ਕੇ ਆਪਣੀ ਬੰਦ ਧਨ ਖੜੀ, ਕਹਿੰਦੇ ਆਪਣੀ ਧੋਤੀ ਬਨ ਰਹੀ ਹੈ, ਇੰਨੀ ਕਿਉਂ ਲਾਹਾ ਪ੍ਰਵਾਹ ਹੋ ਗਈ। ਦੱਸੋ ਪਤਨੀ ਇੰਨੀ ਬੇਪਰਵਾਹੀ ਨਾਲ ਖਲੋ ਕੇ ਆਪਣੀ ਧੋਤੀ ਬਨ ਰਹੀ ਆ, ਇੰਨੀ ਲਾਪਰਵਾਹੀ ਹੋ ਗਈ। ਕਹਿੰਦੇ ਅੱਗੇ ਸੁਣੋ। ਪਾਹੂ ਕਰ ਆਏ ਮੁਕਲਾਓ ਆਏ ਰਹਾਓ। ਕਹਿੰਦੇ ਪ੍ਰਾਹੁਣੇ ਘਰ ਪੁੱਜ ਗਏ ਹਨ ਅਤੇ ਉਸ ਦਾ ਖਸਮ ਉਸ ਨੂੰ ਲੈਣ ਆ ਗਿਆ ਹੈ। ਰਹਾਓ ਉਹ ਜੇ ਦਿਸੈ ਖੂੜੀ ਕੌਣ ਲਾਜ ਬਿਹਾਰੀ। ਕਹਿੰਦੇ ਉਹ ਕੌਣ ਹੈ ਜੋ ਉਸ ਨੂੰ ਦੱਸ ਆਉਂਦੇ ਖੂਹ ਅੰਦਰ ਲੱਜ ਲਟਕਾ ਰਹੀ ਹੈ। ਲਾਜ ਕੜੇ ਸਿਉ ਤੋਟ ਪੜੇ ਉੱਠ ਚਲੀ ਪਨਿਹਾਰੀ। ਕਹਿੰਦੇ ਲੱਜ ਤਾਣੀ ਵਾਲੀ ਮੱਗੀ ਨਾਲੋਂ ਟੁੱਟ ਜਾਂਦੀ ਆ। ਲੱਜ ਤਾਣੀ ਮੱਗੀ ਜਿਹੜੀ ਬੰਨੀ ਹੁੰਦੀ ਇਹਦੇ ਨਾਲ ਲੱਜ ਟੁੱਟ ਜਾਂਦੀ ਹੈ ਅਤੇ ਪਾਣੀ ਭਰਨ ਵਾਲੀ ਖੜੀ ਹੋ ਤੁਰ ਜਾਂਦੀ ਹੈ। ਜਦੋਂ ਡੋਲ ਵਿੱਚ ਸਿੱਟਿਆ ਲੱਜ ਟੁੱਟ ਗਈ, ਪਾਣੀ ਭਰਨ ਆਈ ਤੇ ਡੋਲ ਵਿੱਚ ਸੁੱਟਿਆ, ਲੱਜ ਟੁੱਟ ਗਈ, ਡੋਲ ਥੱਲੇ ਰਹਿ ਗਿਆ, ਲੱਜ ਉੱਪਰ ਆ। ਭਗਤ ਕਬੀਰ ਜੀ ਕਹਿੰਦੇ ਫਿਰ ਖੜੀ ਖੜੀ ਤੁਰ ਜਾਂਦੀ ਹੈ। ਸਾਹਿਬ ਹੋਏ ਦਿਆਲ ਕਿਰਪਾ ਕਰੇ, ਆਪਣਾ ਕਾਰਜ ਸਵਾਰੇ। ਤਾਂ ਸੁਹਾਗਣ ਜਾਣੀਐ ਗੁਰ ਸ਼ਬਦ ਵਿਚਾਰੇ। ਜੇਕਰ ਸੁਆਮੀ ਮਿਹਰਬਾਨ ਹੋਵੇ, ਖੁਸ਼ ਹੋਵੇ ਅਤੇ ਆਪਣੀ ਮਿਹਰ ਧਾਰੇ ਤਾਂ ਇਸਤਰੀ ਆਪਣੇ ਕੰਮ ਸਵਾਰ ਲਵੇਗੀ। ਇੱਥੇ ਇਸਤਰੀ ਕਿਹਨੂੰ ਆਖਿਆ? ਇੱਥੇ ਗੁਰਬਾਣੀ ਦੇ ਵਿੱਚ ਇਸਤਰੀ ਕਿਹਨੂੰ ਆਖਿਆ? ਆਤਮਾ ਨੂੰ ਆਖਿਆ। ਜੇਕਰ ਸੁਆਮੀ ਮਿਹਰਬਾਨ ਹੋਵੇ ਅਤੇ ਆਪਣੀ ਮਿਹਰ ਕਰੇ ਤਾਂ ਇਸਤਰੀ ਆਪਣੇ ਕੰਮ ਸਵਾਰ ਲਏਗੀ। ਤਾਂ ਸੁਹਾਗਣ ਜਾਣੀਐ ਗੁਰ ਸ਼ਬਦ ਵਿਚਾਰੇ। ਕੇਵਲ ਤਦ ਹੀ ਉਹ ਪ੍ਰਸੰਨ ਪਤਨੀ ਜਾਣੀ ਜਾਂਦੀ ਹੈ ਜੇਕਰ ਉਹ ਗੁਰਾਂ ਦੇ ਉਪਦੇਸ਼ ਨੂੰ ਸੋਚਦੀ ਸਮਝਦੀ ਆ। ਪਤਨੀ ਆਤਮਾ, ਜੇ ਆਤਮਾ ਗੁਰਾਂ ਦੇ ਉਪਦੇਸ਼ ਨੂੰ ਸੁਣਦੀ ਆ, ਸੋਚਦੀ ਆ, ਸਮਝਦੀ ਹੈ। ਕਿਰਤ ਕੀ ਬਾਂਦੀ ਸਾ ਫਿਰੇ ਦੇਖੋ ਵਿਚਾਰੀ। ਕਹਿੰਦੇ ਕੀਤੇ ਹੋਏ ਕਰਮਾਂ ਦਾ ਨਰੜਿਆ ਹੋਇਆ ਹਰ ਕੋਈ ਭਟਕ ਰਿਹਾ ਹੈ। ਅੱਖਾਂ ਖੋਲ ਕੇ ਤੁਸੀਂ ਇਸ ਵੱਲ ਧਿਆਨ ਦਿਓ। ਕਰਮਾਂ ਦਾ ਨਰੜਿਆ ਹੋਇਆ ਹਰ ਕੋਈ ਬੰਦਾ ਭਟਕ ਰਿਹਾ ਹੈ। ਇਸ ਨੂੰ ਕਿਆ ਆਖੀਐ ਕਿਆ ਕਰੇ ਵਿਚਾਰੀ। ਕਹਿੰਦੇ ਹੁਣ ਇਸ ਨੂੰ ਕੀ ਕਹੀਏ, ਇਹ ਗਰੀਬਣੀ ਕੀ ਕਰ ਸਕਦੀ ਹੈ। ਭਈ ਨਰਾਸੀ ਉੱਠ ਚੱਲੀ ਚਿੱਤ ਬੰਦ ਨਾ ਧੀਰਾ।
ਉਮੀਦ ਹੋ ਖੜੀ ਤੁਰ ਜਾਂਦੀ ਹੈ, ਉਸ ਦੇ ਮਨ ਅੰਦਰ ਕੋਈ ਆਸਰਾ ਤੇ ਸ਼ਾਂਤੀ ਨਹੀਂ ਹੈ। ਹਰ ਕੀ ਚਰਨੀ ਲਾਗ ਰਹੋ ਭਜ ਸਰਨ ਕਬੀਰਾ। ਆਓ ਲਾਸਟ ਪੰਕਤੀ ਸਮਾਪਤੀ। ਭਈ ਨਰਾਸੀ ਉੱਠ ਚੱਲੇ ਚਿੱਤ ਬੰਦ ਨਾ ਤੀਰਾ। ਇਹਨੂੰ ਆਤਮਾ ਨੂੰ ਕਿਹਾ, ਕਹਿੰਦੇ ਆਤਮਾ ਬੇਉਮੀਦ, ਕੋਈ ਉਮੀਦ ਬੇਉਮੀਦ ਹੋ ਖੜੀ ਤੁਰ ਜਾਂਦੀ ਆ। ਇਹ ਸੰਸਾਰ ਤੋਂ ਇਹ ਜਿਹੜੀ ਸਾਡੀ ਆਤਮਾ ਇਹ ਤੁਰ ਜਾਂਦੀ ਆ। ਉਸ ਦੇ ਮਨ ਅੰਦਰ ਕੋਈ ਆਸਰਾ ਤੇ ਸ਼ਾਂਤੀ ਨਹੀਂ, ਨਾ ਤਾਂ ਕੋਈ ਆਸਰਾ ਰਿਹਾ ਤੇ ਨਾ ਕੋਈ ਸ਼ਾਂਤੀ। ਜੇ ਨਾਮ ਜਪਿਆ ਹੁੰਦਾ ਤਾਂ ਫਿਰ ਨਾਮ ਦਾ ਆਸਰਾ ਹੁੰਦਾ ਤੇ ਸ਼ਾਂਤੀ ਹੁੰਦੀ। ਨਾਮ ਨਾ ਜਪਣ ਕਰਕੇ ਨਾ ਕੋਈ ਆਸਰਾ ਰਿਹਾ ਤੇ ਨਾ ਕੋਈ ਸ਼ਾਂਤੀ ਰਹੀ, ਤੇ ਜਮਦੂਤ ਲਈ ਜਾਂਦੇ ਨੇ ਆਖੋ ਸਤਨਾਮ। ਹਰ ਕੀ ਚਰਨੀ ਲਾਗ ਰਹੋ ਭਜ ਸਰਨ ਕਬੀਰਾ। ਉਹ ਕਹਿੰਦੇ ਵਾਹਿਗੁਰੂ ਦੇ ਚਰਨਾਂ ਦੇ ਨਾਲ, ਵਾਹਿਗੁਰੂ ਦੇ ਨਾਮ ਨਾਲ ਜੁੜਿਆ ਰਹੋ ਅਤੇ ਦੌੜ ਕੇ ਉਸ ਦੀ ਪਨਾਹ ਲੈ ਲਾ। ਹੇ ਕਬੀਰ ਜੀ, ਭਗਤ ਕਬੀਰ ਜੀ ਕਹਿੰਦੇ ਉਹ ਵਾਹਿਗੁਰੂ ਪਰਮੇਸ਼ਰ ਦੀ ਪਨਾਹ ਲੈ ਲਾ, ਦੌੜ ਕੇ ਉਹਦੇ ਕੋਲ ਆ ਜਾ। ਪਤਾ ਕੋਈ ਨਹੀਂ ਮੌਤ ਦਾ ਡੰਕਾ ਕਦੋਂ ਵੱਜ ਜਾਣਾ। ਕਹਾਂ ਬਸਾਸਾ ਇਸ ਭਾਂਡੇ ਕਾ ਇਤਨਕ ਲਾਗੇ ਠਣਕਾ। ਇਹ ਨਾ ਕਹਿ ਕਰੋ ਅਜੇ ਥੋੜੀ ਜਿਹੀ ਉਮਰ ਹੋ ਜਾਂਦਾ ਫਿਰ ਅੰਮ੍ਰਿਤ ਛਕਾਂਗੇ। ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣ ਕੇ ਦਸਾਂ ਨੌਂ ਦੀ ਕਿਰਤ ਕਮਾਈ ਕਰਕੇ ਆਪਣੇ ਸਮੇਂ ਔਰ ਸਵਾਸਾਂ ਨੂੰ ਸਫਲੇ ਬਣਾਉਣ ਦਾ ਯਤਨ ਕਰਿਆ ਕਰੋ। ਲੋਕ ਸੁਖੀਏ ਪਰਲੋਕ ਸਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ। ਜੋਗੀ ਕਰੇ ਜੋਗ ਭਲ ਮਿੱਠਾ ਅਵਰ ਨਾ ਦੂਜਾ ਭਾਈ। ਰੁੰਡਤ ਮੁੰਡਤ ਏਕੈ ਸਬਦੀ ਦੇ ਕਰੇ ਸਿਧ ਪਾਈ। ਇਹ ਵਿਚਾਰ ਕਰਾਂਗੇ ਕੱਲ ਨੂੰ। ਆਓ ਗੁਰਬਾਣੀ ਪੜ੍ਹਦਿਆਂ ਸੁਣਦਿਆਂ ਕੋਲੋਂ ਇੱਕ ਨਹੀਂ ਨਿੱਕਾ ਹੀ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਚੁੱਕਾ ਹੋ ਜਾਂਦੀਆਂ ਨੇ। ਸੰਗਤਾਂ ਸਤਿਗੁਰੂ ਜੀ ਬਖਸ਼ਣਹਾਰ ਹਨ। ਅੱਗੋਂ ਵਾਤੇ ਸਿਰ ਤੇ ਮੇਰਾ ਮਦਦ ਰੱਖ ਕੇ ਸੁਧ ਸਪਸ਼ਟ ਗੁਰਬਾਣੀ ਪੜ੍ਹਨ ਦੀ, ਸੇਵਾ ਕਰਨ ਦੀ, ਕਥਾ ਕੀਰਤਨ ਕਰਨ ਦੀ ਸੋਝੀ ਆ ਜਾਏ। ਲੋਕ ਸੁਖੀਏ ਪਰਲੋਕ ਸਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ। ਅਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜੋ ਲਾਈਵ ਕਥਾ YouTube ਦੇ ਉੱਪਰ, Facebook ਦੇ ਉੱਪਰ ਲਾਈਵ ਕਥਾ ਸਰਵਣ ਕਰ ਰਹੇ ਹੋ। ਸੋ ਸਾਰਿਆਂ ਦਾ ਧੰਨਵਾਦ। ਸਤਿਗੁਰੂ ਮਹਾਰਾਜ ਜੀ ਆਪ ਜੀਆਂ ਦਾ ਕੋਟਨ ਕੋਟ ਧੰਨਵਾਦ। ਤੁਸੀਂ ਸਾਨੂੰ ਨਿਵਾਣਿਆਂ ਨੂੰ, ਨਿਤਾਣਿਆਂ ਨੂੰ ਚਰਨਾਂ ਦੇ ਵਿੱਚ ਬੈਠਣ ਦੇ ਸੁਭਾਗ ਸਮੇਂ ਬਖਸ਼ਿਸ਼ ਕਰਦੇ ਹੋ। ਆਪ ਜੀਆਂ ਦਾ ਕੋਟਨ ਕੋਟ 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 ਧੰਨਵਾਦ।